ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ। ਜੋ ਤੂੰ ਦੇਹੀ ਹਉ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤਾ। ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੈ ਕੀਤਾ। ਪਰਮ ਸਨਮਾਨਯੋਗ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਅਤੀ ਵਡਭਾਗੇ ਜਨ ਹੋ ਜੋ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਬਖਸ਼ਿਸ਼ ਉਦਮ ਉਪਰਾਲੇ ਸਦਕਾ ਮਾਲਕ ਜੀਆਂ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੋ ਕੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਅਲਾਹੀ ਦਰਗਾਹੀ ਬਾਣੀ ਨੂੰ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਬਣਾਉਣ ਦਾ ਯਤਨ ਪਏ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਵਿਚਾਰ ਜੋ ਸਾਡੀ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਜਿਨ੍ਹਾਂ ਨੇ ਗੁਰਧਾਮਾਂ ਦੀ ਆਜ਼ਾਦੀ ਲਈ, ਪਵਿੱਤਰਤਾ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਜੋ ਸਾਕਾ ਨਨਕਾਣਾ ਸਾਹਿਬ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਆਪ ਜੀ ਦੇ ਨਾਲ ਇਤਿਹਾਸਕ ਵਿਚਾਰਾਂ ਚੱਲ ਰਹੀਆਂ ਹਨ, ਆਓ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਲੈਂਦਿਆਂ ਹੋਇਆਂ ਗੁਰੂ ਬਖਸ਼ੀ ਫਤਿਹ ਨੂੰ ਗੁਜਾਉਣਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਦੇ ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਹੀ ਵਿਚਾਰਨਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰਾਂ ਜਿਹੜੀਆਂ ਨੇ ਗੁਰੂ ਘਰਾਂ ਦੇ ਨਾਮ ਲਗਵਾਈਆਂ। ਮਾਲੀ ਹਾਲਤ ਤੋਂ ਤਾਂ ਗੁਰੂ ਘਰ ਬਹੁਤ ਜ਼ਿਆਦਾ ਮਜ਼ਬੂਤ ਹੋ ਗਏ, ਪਰ ਅੰਦਰੋਂ ਸਿਧਾਂਤਕ ਤੌਰ ਦੇ ਉੱਤੇ ਗੁਰੂ ਘਰ ਖੋਖਲੇ ਹੋ ਚੁੱਕੇ ਸਨ। ਕੋਈ ਇੱਕ ਮਰਿਆਦਾ ਨਹੀਂ ਸੀ ਵੀ ਕਿਸੇ ਤਰੀਕੇ ਦੇ ਨਾਲ ਕੋਈ ਮਰਿਆਦਾ ਹੋਵੇ, ਕੋਈ ਗੁਰਮਤਿ ਦੀ ਗੱਲ ਹੋਵੇ। ਗੁਰਮਤਿ ਦੀ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ। ਤੇ ਕਿਵੇਂ ਅਸੀਂ ਵਿਚਾਰਿਆ ਵੀ ਸਮੇਂ ਸਿਰ ਜਿਨ੍ਹਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ, ਲਹਿਰਾਂ ਉੱਠੀਆਂ ਤੇ ਉਸੇ ਹੀ ਲਹਿਰ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ, ਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਹੀ ਜਿਹੜਾ ਸਾਕਾ ਨਨਕਾਣਾ ਵਾਪਰਦਾ ਵੀ ਗੁਰੂ ਘਰਾਂ ਦਾ ਪ੍ਰਬੰਧ ਜਿਹੜੇ ਨੇ ਉਹ ਪਤਵੰਤੇ ਸੱਜਣ ਆਪਣੇ ਹੇਠਾਂ ਲੈਣਾ ਚਾਹੁੰਦੇ ਸਨ। ਵੀ ਗੁਰੂ ਘਰ ਦੀ ਇੱਕ ਮਰਿਆਦਾ ਹੋਵੇ, ਗੁਰੂ ਘਰ ਦਾ ਪ੍ਰਬੰਧ ਸੁਚੱਜੇ ਢੰਗ ਦੇ ਨਾਲ ਗੁਰਮਤਿ ਅਨੁਸਾਰ ਹੀ ਹੋਵੇ।
ਤੇ ਜੋ ਸਿੱਖ ਸੰਗਤ ਜਿਹੜੀ ਉੱਥੇ ਅਸੀਂ ਕੱਲ ਵਿਚਾਰਿਆ ਵੀ ਤਰਨਤਾਰਨ ਸਾਹਿਬ ਜਾਂਦੇ ਸਨ ਤੇ ਉਹ ਮਹੰਤ ਜਿਹੜੇ ਇੰਨੇ ਨਸ਼ੇ ਦੇ ਵਿੱਚ ਚੂਰ ਹੁੰਦੇ ਸਨ ਜਾਂ ਹੰਕਾਰੀ ਬਹੁਤ ਜ਼ਿਆਦਾ ਹੋ ਚੁੱਕੇ ਸਨ, ਉਹ ਕਹਿੰਦੇ ਸਨ ਜਿਸਨੇ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ। ਤੇ ਇਹੋ ਜਿਹੀਆਂ ਜਿਹੜੀਆਂ ਚਾਲਾਂ ਨੇ ਉਹ ਚੱਲ ਰਹੇ ਸਨ ਤੇ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨੀ, ਹੋਰ ਬੜਾ ਕੁਝ ਜਿਹੜਾ ਉਹਨਾਂ ਨੇ ਕਰਿਆ ਕਰਨਾ, ਕਤਲ ਕਰਿਆ ਕਰਨੇ। ਤੇ ਇਹ ਸਿਲਸਿਲਾ ਜਿਹੜਾ ਹੈ ਸ਼੍ਰੀ ਤਰਨਤਾਰਨ ਸਾਹਿਬ ਆਜ਼ਾਦ ਕਰਾਇਆ ਗਿਆ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿਹੜੇ ਨੇ ਹਰਿਮੰਦਰ ਸਾਹਿਬ ਉਹਨੂੰ ਆਜ਼ਾਦ ਕਰਵਾਇਆ ਗਿਆ। ਕੱਲ ਅਸੀਂ ਵਿਚਾਰਿਆ ਹੁਣ ਸਾਕਾ ਨਨਕਾਣਾ ਸਾਹਿਬ ਦਾ ਜਦੋਂ ਇਹ ਘਟਨਾ ਵਾਪਰੀ, ਹੁਣ ਸ਼੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਲਈ ਨਰਾਇਣ ਮਹੰਤ ਦੇ ਕੋਲੋਂ ਜਦੋਂ ਇਹ ਸਾਰੇ ਸਿੱਖ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਸ ਸਮੇਂ ਬਣਾਏ ਗਏ, ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ, ਤੇ ਉਸ ਸਮੇਂ ਇਹ ਹੋਰ ਵੀ ਸੱਜਣ ਕਰਤਾਰ ਸਿੰਘ ਝੱਬਰ ਵਰਗੇ, ਟਹਿਲ ਸਿੰਘ ਵਰਗੇ, ਲਕਸ਼ਮਣ ਸਿੰਘ ਧਾਰੋਵਾਲ ਵਰਗੇ ਹੋਰਾਂ ਨੇ ਜਿਹੜਾ ਇਸ ਚੀਜ਼ ਨੂੰ ਡਿਸਾਈਡ ਕੀਤਾ ਸੀਗਾ ਅਸੀਂ 4, 5, 6 ਮਾਰਚ ਨੂੰ ਇਕੱਠਾ ਜਥਾ ਲੈ ਕੇ ਤੇ ਤਾਂ ਜਿਹੜਾ ਅਸੀਂ ਕਬਜ਼ਾ ਲਵਾਂਗੇ। ਪਰ ਮਹੰਤ ਨੇ ਜਿਹੜਾ ਹੈ ਉੱਥੋਂ ਲਾਹੌਰ ਵਿਖੇ 19 ਤਰੀਕ ਨੂੰ ਰਾਤ ਨੂੰ ਜਾਣਾ ਸੀਗਾ, 19 ਤਰੀਕ ਫਰਵਰੀ ਦੀ 19 ਤਰੀਕ ਵੀ ਉਸਨੇ ਜਿਹੜਾ ਹੈ ਉਹ ਸਨਾਤਨੀ ਧਰਮ ਦਾ ਜਿਹੜਾ ਇੱਕ ਅਧਿਐਨ ਹੋਣਾ ਸੀਗਾ ਤੇ ਉੱਥੇ ਜਿਹੜਾ ਕਾਨਫਰੰਸ ਸੀ ਉਹਦੀ, ਤੇ ਉਹਦੇ ਵਿੱਚ ਉਹਨੂੰ ਵੀ ਬੁਲਾਇਆ ਗਿਆ ਸੀ। ਤੇ ਇਹ ਮੌਕਾ ਜਿਹੜਾ ਹੈ ਇਹਨਾਂ 3 ਜਿਹੜੇ ਮੈਂਬਰ ਸਨ, ਜਥੇ ਸਨ, ਉਹਨਾਂ ਨੇ ਤੱਕਿਆ ਵੀ ਇਹ ਹੁਣ ਮੌਕਾ ਹੈ, ਮਹੰਤ ਉੱਥੇ ਹੋਣਾ ਨਹੀਂ ਤੇ ਅਸੀਂ ਜਾ ਕੇ ਕਬਜ਼ਾ ਲੈ ਲਵਾਂਗੇ। ਹੁਣ ਜਿਸ ਸਮੇਂ ਇਹ ਚੀਜ਼ਾਂ ਦੀ ਵਿਉਂਤਬੰਦੀ ਬਣਾਈ ਗਈ ਨਾ ਤੇ ਕਿਸੇ ਚੀਜ਼ ਦਾ ਪਤਾ ਨਾ ਲੱਗੇ, ਉਸ ਸਮੇਂ ਕੋਈ ਟੈਲੀਫੋਨ ਨਹੀਂ, ਉਸ ਸਮੇਂ ਕੋਈ ਇਹ ਚੀਜ਼ਾਂ ਦੀ ਵਿਵਸਥਾ ਨਹੀਂ ਸੀ ਕਿ ਟੈਲੀਗ੍ਰਾਮ ਹੋਇਆ ਕਰਦੇ ਸਨ, ਜਿਹੜੇ ਟੈਲੀਗ੍ਰਾਮ ਲਿਖਿਆ ਕਰਦੇ ਸਨ ਤੇ ਉਹ ਇੱਕ ਛਪਾਈ ਦਾ ਪੈਸਾ ਲੈਂਦੇ ਸਨ। ਇੱਕ ਪ੍ਰੈਸ ਦੇ ਕੋਲੋਂ ਇੱਕ ਚੀਜ਼ ਛਪਾਈ ਗਈ, ਇੱਕ ਕੋਡਵਰਡ ਛਪਾਇਆ ਗਿਆ, ਉਸ ਟੈਲੀਗ੍ਰਾਮ ਦੇ ਉੱਤੇ ਇਹ ਲਿਖਿਆ ਗਿਆ ਕਿ ਪਿੰਡਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਸੁਨੇਹਾ ਦਿੱਤਾ ਜਾਵੇ ਕਿ ਜੇ ਤੇ ਸ਼੍ਰੀ ਨਨਕਾਣਾ ਸਾਹਿਬ ਨੂੰ ਕੂਚ ਕਰਨਾ ਹੈ ਤਾਂ ਅਸੀਂ ਕਹਾਂਗੇ ਕੰਬਲ ਲੱਭ ਗਏ ਨੇ। ਉਸ ਦਾ ਇੱਕ ਕੋਡਵਰਡ ਹੋਏਗਾ ਕਿ ਸ਼੍ਰੀ ਨਨਕਾਣਾ ਸਾਹਿਬ ਨੂੰ ਜਾਣਾ ਹੈ, ਤੇ ਜੇ ਇਸ ਚੀਜ਼ ਦਾ ਸੰਕੇਤ ਹੋਏਗਾ ਕੰਬਲ ਨਹੀਂ ਮਿਲੇ ਜਾਂ ਕੰਬਲ ਜਿਹੜੇ ਨਹੀਂ ਲੱਭੇ ਤੇ ਸ਼੍ਰੀ ਨਨਕਾਣਾ ਸਾਹਿਬ ਹਰੇ ਨਹੀਂ ਜਾਣਾ। ਹੁਣ ਜਦੋਂ ਇਸ ਚੀਜ਼ ਦਾ ਪੱਕਾ ਹੋ ਗਿਆ ਵੀ ਮਹੰਤ ਨੇ 19 ਤਰੀਕ ਰਾਤ ਨੂੰ ਜਿਹੜਾ ਹੈ ਉਹ ਗੱਡੀ ਦੇ ਵਿੱਚ ਲਾਹੌਰ ਦੀ ਗੱਡੀ ਦੇ ਵਿੱਚ ਬੈਠਣਾ ਹੈ ਤੇ ਉਸਨੇ ਆਪਣੀ ਕਾਨਫਰੰਸ ਦੇ ਵਿੱਚ ਜਾਣਾ ਹੈ। ਹੁਣ ਸਾਰੇ ਪਾਸੇ ਇਹ ਟੈਲੀਗ੍ਰਾਮ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਪਹੁੰਚਦਾ ਕਰ ਦਿੱਤਾ ਵੀ ਕੰਬਲ ਲੱਭ ਗਏ ਨੇ, ਸਾਰੇ ਸ਼ਹੀਦੀ ਜਥੇ ਬਣਾ ਕੇ ਤਿਆਰ ਹੋਣ ਵਾਸਤੇ ਤਿਆਰ ਹੋਏ ਨੇ। ਸਾਰਿਆਂ ਦੇ ਵਿੱਚ ਇੱਕ ਚਾਅ ਹੈ, ਇੱਕ ਰੋਹ ਹੈ। ਹੁਣ 3 ਜਥੇ ਸਨ, ਇੱਕ ਜਥਾ ਕਰਤਾਰ ਸਿੰਘ ਝੱਬਰ ਲੈ ਕੇ ਆਉਣ ਵਾਲਾ ਸੀ, ਇੱਕ ਜਥਾ ਭਾਈ ਟਹਿਲ ਸਿੰਘ ਲੈ ਕੇ ਆਉਣ ਵਾਲਾ ਸੀ ਤੇ ਇੱਕ ਜਥਾ ਭਾਈ ਲਕਸ਼ਮਣ ਸਿੰਘ ਧਾਰੋਵਾਲ ਲੈ ਕੇ ਆਉਣ ਵਾਲਾ ਸੀ। ਹੁਣ ਇਹ ਤਿੰਨੇ ਜਥਿਆਂ ਨੂੰ ਜਿਹੜਾ ਇੱਕ ਸਮਾਂ ਨਿਯਤ ਕੀਤਾ ਗਿਆ ਵੀ ਇਸ ਸਮੇਂ ਦੇ ਉੱਤੇ ਤੁਸੀਂ ਇਸ ਸਥਾਨਾਂ ਦੇ ਉੱਤੇ ਜਾ ਕੇ ਮਿਲਣਾ ਹੈ। ਤੇ ਹੁਣ ਜਦੋਂ ਇਹ ਇਸ ਸਥਾਨਾਂ ਦੇ ਉੱਤੇ ਜਾ ਕੇ ਪੁੱਜੇ ਨੇ ਤੇ ਉਸੋਂ ਲਕਸ਼ਮਣ ਸਿੰਘ ਧਾਰੋਵਾਲ ਵੀ ਜਿਹੜੇ ਨੇ ਨਾ, ਕੱਲ ਵੀ ਅਸੀਂ ਵਿਚਾਰ ਕੀਤੀ ਵੀ ਕਿਵੇਂ ਅਰਦਾਸਾਂ ਕਰਕੇ ਤੁਰੇ ਨੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਤਨ ਮਨ ਕਾੜ ਸਭ ਅਰਪੇ ਵਿੱਚ ਅਗਨੀ ਆਪ ਜਲਾਈ। ਇਹ ਹੁਕਮਨਾਮਾ ਉਸ ਸਮੇਂ ਦਾ ਆਇਆ ਤੇ ਇਹ ਸੰਕੇਤ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਲੈ ਕੇ ਉੱਥੋਂ ਜਦੋਂ ਤੁਰੇ ਨੇ ਨਾ, ਤੇ ਹੁਣ ਕੱਲ ਵੀ ਅਸੀਂ ਜ਼ਿਕਰ ਕੀਤਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਚਿੱਠੀ ਜਿਹੜੀ ਲਿਖੀ ਗਈ ਵੀ ਇਹਨਾਂ ਜਥਿਆਂ ਨੂੰ ਰੋਕ ਦਿੱਤਾ ਜਾਵੇ, ਨਹੀਂ ਤੇ ਨੁਕਸਾਨ ਹੋਵੇਗਾ। ਤੇ ਜਦੋਂ ਉਹ ਚਿੱਠੀ ਵਰਿਆਮ ਸਿੰਘ ਲੈ ਕੇ ਆਏ, ਹੁਣ ਵਰਿਆਮ ਸਿੰਘ ਨੇ ਜਾ ਕੇ ਕਰਤਾਰ ਸਿੰਘ ਤੇ ਟਹਿਲ ਸਿੰਘ ਦਾ ਜਥਾ ਤਾਂ ਰੋਕ ਲਿਆ, ਪਰ ਹੁਣ ਲਕਸ਼ਮਣ ਸਿੰਘ ਧਾਰੋਵਾਲ ਉਹ ਲੱਭਦੇ ਪਏ ਨੇ ਵੀ ਉਹਨੂੰ ਲੱਭਿਆ ਜਾਵੇ ਤੇ ਉਹਨਾਂ ਦਾ ਜਥਾ ਰੋਕਿਆ ਜਾਵੇ। ਹੁਣ ਦਲੀਪ ਸਿੰਘ ਨੇ ਜਾ ਕੇ ਇਹ ਕਿਹਾ ਵੀ ਹੁਣ ਮੈਂ ਜਿਹੜਾ ਆਇਆ ਇਸ ਜਥੇ, ਕਿਉਂਕਿ ਦਲੀਪ ਸਿੰਘ ਤੇ ਵਰਿਆਮ ਸਿੰਘ ਚਿੱਠੀ ਲੈ ਕੇ ਆਏ ਸਨ। ਦਲੀਪ ਸਿੰਘ ਨੇ ਜਾ ਕੇ ਕਿਹਾ ਵੀ ਲਕਸ਼ਮਣ ਸਿੰਘ ਧਾਰੋਵਾਲ ਨੂੰ ਮੈਂ ਰੋਕਾਂਗਾ। ਹੁਣ ਇਹ ਚੀਜ਼ਾਂ ਜਦੋਂ ਹੋਈਆਂ ਤੇ ਸਾਰੀ ਰਾਤ ਲੱਭਦੇ ਹੋਏ ਹੋ ਗਈ। ਉੱਤਮ ਸਿੰਘ ਦੇ ਕਾਰਖਾਨੇ ਉੱਤੇ ਜਾ ਕੇ ਉਹ ਦਲੀਪ ਸਿੰਘ ਲੰਮੇ ਪੈ ਗਿਆ, ਕਹਿਣ ਲੱਗਾ ਲਕਸ਼ਮਣ ਸਿੰਘ ਧਾਰੋਵਾਲ ਤਾਂ ਨਹੀਂ ਮਿਲਿਆ। ਵਰਿਆਮ ਸਿੰਘ ਨੂੰ ਕਿਹਾ ਤੁਸੀਂ ਜਾ ਕੇ ਲੱਭ ਲਓ ਕਿ ਇਹ ਚਿੱਠੀ ਉਹਨੂੰ ਦੇ ਦੇਣਾ। ਹੁਣ ਉਹ ਦੁਚਿੱਤੇਪਨ ਦੇ ਵਿੱਚ ਹੈ, ਲਕਸ਼ਮਣ ਸਿੰਘ ਧਾਰੋਵਾਲ ਨੂੰ ਮਿਲੇ ਜਾ ਕੇ, ਉਹਨੂੰ ਕਿਹਾ ਵੀ ਇਹ ਕੌਮ ਦੀ ਚਿੱਠੀ ਹੈ। ਕੌਮ ਦੇ ਸ਼੍ਰੋਮਣੀ ਕਮੇਟੀ ਜਿਹੜੇ ਪਤਵੰਤੇ ਸੱਜਣ ਨੇ
ਪਾਸ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ, ਉਹਨਾਂ ਦੇ ਵੱਲੋਂ ਇਹ ਲਿਖਤ 6 ਜਣਿਆਂ ਦੇ ਹਸਤਾਖਰ ਨੇ ਇਹਦੇ ਉੱਤੇ, ਤੁਸੀਂ ਰੁਕ ਜਾਓ। ਪਰ ਉਹ ਗੁਰੂ ਕਾ ਪਿਆਰਾ ਕਹਿਣ ਲੱਗਾ ਤੇ ਹੋਰ ਸਿੱਖ ਜਿਹੜੇ ਨਾਲ ਸਨ ਕਹਿੰਦੇ ਨੇ ਅਸੀਂ ਅਰਦਾਸਾਂ ਕਰਕੇ ਤੁਰੇ ਹਾਂ ਤੇ ਅਸੀਂ ਅੱਗੇ ਹੀ ਵਧਣਾ ਹੈ। ਤੇ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ, ਇੱਕ ਸਿੱਖ ਕਹਿਣ ਲੱਗਾ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ, ਚਲੋ ਕੋਈ ਗੱਲ ਨਹੀਂ ਮੱਥਾ ਟੇਕ ਆਉਂਦੇ ਹਾਂ। ਇਹ ਗੱਲਾਂ ਜਿਹੜੀਆਂ ਉੱਥੇ ਚੱਲੀਆਂ ਵੀ ਅਸੀਂ ਹੁਣ ਜਾਣਾ ਹੀ ਜਾਣਾ। ਹੁਣ ਉਹ ਅੰਮ੍ਰਿਤ ਵੇਲਾ ਹੋਇਆ, 20 ਤਰੀਕ ਦੀ ਜਿਹੜੀ ਹੈ ਉਹ ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਜਾ ਕੇ ਤੇ ਕਹਿੰਦੇ ਨੇ ਜਦੋਂ ਇਹ ਸਾਰਾ ਜਥਾ ਉੱਥੇ ਪੁੱਜਾ ਹੈ ਨਾ ਤੇ ਇਹਨਾਂ ਨੂੰ ਐਂਟਰੀ ਕਰਨ ਦਿੱਤਾ ਗਿਆ। ਐਂਟਰ ਹੋ ਗਏ। ਮਹੰਤ ਨੇ ਸਾਰੀ ਤਿਆਰੀ ਕੀਤੀ ਹੋਈ ਸੀ ਕਿਉਂਕਿ ਨਵੰਬਰ ਤੋਂ ਇਹ ਗੱਲਾਂ ਚੱਲ ਰਹੀਆਂ ਸਨ ਵੀ ਆ ਕੇ ਜਿਹੜਾ ਕਬਜ਼ਾ ਲੈਣਾ ਹੈ, ਕਿਉਂਕਿ ਮਹੰਤ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਵੀ ਤਰਨਤਾਰਨ ਦਾ ਕਬਜ਼ਾ ਵੀ ਇਹਨਾਂ ਲੈ ਲਿਆ, ਸ੍ਰੀ ਦਰਬਾਰ ਸਾਹਿਬ ਦਾ ਕਬਜ਼ਾ ਇਹਨਾਂ ਲੈ ਲਿਆ, ਹੋਰ ਵੀ ਗੁਰੂ ਘਰਾਂ ਦਾ ਇਹਨਾਂ ਨੇ ਕਬਜ਼ਾ ਲੈ ਲਿਆ। ਹੁਣ ਇਹ ਜ਼ਰੂਰ ਸ੍ਰੀ ਨਨਕਾਣਾ ਸਾਹਿਬ ਆਉਣਗੇ। ਉਸਨੇ ਜਿਹੜੀਆਂ ਨੇ ਮਿੱਟੀ ਦੀਆਂ ਕੈਨੀਆਂ, ਮਿੱਟੀ ਦੇ ਤੇਲ ਦੀਆਂ ਕੈਨੀਆਂ, ਹੋਰ ਬੰਦੂਕਾਂ ਤੇ ਹੋਰ ਜਿਹੜੇ ਗੁੰਡੇ ਸਨ 10 ਨੰਬਰੀ ਗੁੰਡੇ ਉਹਨੇ ਆਪਣੇ ਬੁਲਾ ਕੇ ਰੱਖੇ ਹੋਏ ਸਨ। ਜਦੋਂ ਉਹ ਟ੍ਰੇਨ ਦੇ ਉੱਤੇ ਚੜ੍ਹਨ ਲੱਗਾ ਨਾ ਤੇ ਇੱਕ ਮੁਸਲਮਾਨ ਭੈਣ ਨੇ ਜਾ ਕੇ ਜਿਹੜਾ ਹੈ, ਉਹਨੂੰ ਕੀ ਪਤਾ ਸੀਗਾ ਵੀ ਇੰਨਾ ਭਾਣਾ ਵਾਪਰ ਜਾਣਾ। ਉਹ ਕਹਿੰਦੀ ਮਹੰਤਾ ਤੂੰ ਕਿੱਥੇ ਚੱਲਾਂ? ਕਹਿੰਦਾ ਮੈਂ ਤਾਂ ਇਸ ਸਮੇਂ ਜਿਹੜਾ ਹੈ ਕਾਨਫਰੰਸ ਦੇ ਵਿੱਚ ਚੱਲਾਂ, ਸਵੇਰੇ ਕਾਨਫਰੰਸ ਹੈ। ਉਹ ਕਹਿਣ ਲੱਗਾ ਉੱਧਰ ਤੇਰੇ ਸਿੱਖ ਜਿਹੜੇ ਨੇ ਆ ਚੁੱਕੇ ਨੇ ਜਥੇ ਲੈ ਕੇ, ਉਹਨਾਂ ਨੇ ਕਬਜ਼ਾ ਕਰ ਲੈਣਾ। ਹੁਣ ਮਹੰਤ ਵੀ ਆ ਗਿਆ, ਉਹਨੇ ਹੋਰ ਵੀ ਗੁੰਡੇ ਬੁਲਾ ਲਏ, ਉਹਨੇ ਬੜੀ ਵਿਉਂਤਬੰਦੀਆਂ ਕੀਤੀਆਂ ਹੋਈਆਂ ਸਨ। ਲੱਕੜ ਦਾ ਗੇਟ ਲਵਾ ਕੇ, ਮੇਨ ਗੇਟ ਤੇ ਲੋਹੇ ਦਾ ਗੇਟ ਲਵਾ ਦਿੱਤਾ ਸੀ। ਹੋਰ ਵੀ ਜਿਹੜੀਆਂ ਨੇ ਇੱਕ ਮੋਹਰੀਆਂ ਜਿਹੜੀਆਂ ਨੇ ਉਹ ਜਿਹੜੇ ਦਰਬਾਰ ਸੀਗਾ ਉਹਦੇ ਬਾਹਰ ਦਰਵਾਜ਼ੇ ਦੇ ਮੋਹਰੀਆਂ ਕੱਢ ਕੇ ਵੀ ਉੱਥੋਂ ਬੰਦੂਕਾਂ ਦੀਆਂ ਨਾਲੀਆਂ ਨਿਕਲ ਸਕਣ ਤੇ ਇਹਨਾਂ ਨੂੰ ਅਸੀਂ ਗੋਲੀਆਂ ਦੇ ਨਾਲ ਮਾਰੀ। ਸਾਰਾ ਕੁਝ ਜਿਹੜਾ ਹੈ ਵਿਉਂਤਬੰਦੀ ਉਸਨੇ ਕੱਢ ਲਈ ਸੀ। ਤੇ ਜਦੋਂ ਜਥਾ ਅੰਦਰ ਗਿਆ, ਕੁਝ 80 ਤੇ 86 ਦੇ ਕਰੀਬ ਲੋਕ ਸਨ। ਜੋ ਜਥਾ ਅੰਦਰ ਗਿਆ, ਸ੍ਰੀ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਸੀ ਤੇ ਜਾ ਕੇ ਲਕਸ਼ਮਣ ਸਿੰਘ ਧਾਰੋਵਾਲ ਨੇ, ਜੋ ਮਹੰਤ ਬੈਠਾ ਸੀ ਨਾ ਉੱਥੇ, ਉਸਨੂੰ ਜਾ ਕੇ ਉਠਾ ਦਿੱਤਾ। ਉਸਨੂੰ ਜਾ ਕੇ ਬੇਨਤੀ ਕੀਤੀ, ਉਹ ਉੱਠ ਗਿਆ ਤੇ ਆਪ ਸੁਖਮਨੀ ਸਾਹਿਬ ਦਾ ਜਾਪ ਕੀਤਾ। ਉਸ ਤੋਂ ਬਾਅਦ ਕਹਿੰਦੇ ਨੇ ਵੀ ਆਸਾ ਦੀ ਵਾਰ ਸ਼ੁਰੂ ਹੋਣ ਲੱਗੀ ਸੀ। ਕਈ ਕਹਿੰਦੇ ਨੇ ਵੀ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗਾ ਸੀ ਤੇ ਕਈ ਕਹਿੰਦੇ ਲਕਸ਼ਮਣ ਸਿੰਘ ਧਾਰੋਵਾਲ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਆਸਾ ਦਾ ਵਾਰ ਦਾ ਪਾਠ ਕਰ ਰਹੇ ਸਨ। ਉਸੇ ਸਮੇਂ ਹੀ ਜਿਹੜਾ ਹੈ ਜਦੋਂ ਪਾਠ ਕਰਦਿਆਂ ਹੀ ਉਹਨਾਂ ਦੀ ਦਰਿੰਦਗੀ ਸ਼ੁਰੂ ਹੋ ਗਈ। ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹਨੇ ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਗੋਲੀਆਂ ਤੇ ਪੱਥਰ ਚੱਲੇ, ਸਾਰੇ ਸਿੱਖ ਸ਼ਾਂਤਮਈ ਬੈਠੇ ਹੋਏ ਨੇ ਤੇ ਉਧਰੋਂ ਗੁਰੂ ਕਾ ਪਿਆਰਾ ਲਕਸ਼ਮਣ ਸਿੰਘ ਧਾਰੋਵਾਲ ਜਿਹੜਾ ਹੈ ਨਾ, ਉਹ ਵੀ ਜਿਹੜਾ ਆਸਾ ਦੀ ਵਾਰ ਦਾ ਜਾਪ ਕਰ ਰਹੇ। ਕਹਿੰਦੇ ਨੇ ਉਹਦੀ ਵੱਖੀ ਦੇ ਵਿੱਚੋਂ 6 ਗੋਲੀਆਂ ਨਿਕਲ ਗਈਆਂ, ਪਰ ਉਹ ਅਡੋਲ ਬੈਠਾ ਹੋਇਆ, ਪਾਠ ਕਰ ਰਿਹਾ। ਤੇ ਕਹਿੰਦੇ ਨੇ ਜਦੋਂ ਗੋਲੀਆਂ ਸਾਹਮਣੇ ਵਾਲੇ ਪਾਸੋਂ ਆਉਣ ਲੱਗੀਆਂ ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਦੇ ਵਿੱਚ ਵੱਜਣੀਆਂ ਸ਼ੁਰੂ ਹੋਈਆਂ ਤੇ ਉਸਨੇ ਆਪਣੇ ਆਪ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਸੁੱਟ ਲਿਆ ਵੀ ਮੇਰੇ ਗੁਰੂ ਨੂੰ ਕੁਝ ਨਾ ਹੋਵੇ। ਤਾਂ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਗਲਵੱਕੜੀ ਪਾ ਲਈ ਤੇ ਜਿੰਨੀਆਂ ਗੋਲੀਆਂ ਸਨ ਉਹਨਾਂ ਦੀਆਂ ਬਾਹਾਂ ਛੰਨੀਆਂ ਕਰ ਗਈਆਂ। ਉਸੇ ਤਰੀਕੇ ਦੇ ਨਾਲ ਲਹੂ ਲੁਹਾਨ ਸਾਰਾ ਖੂਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਤੇ ਕੁਝ 400 ਅੰਗ ਤੋਂ ਲੈ ਕੇ ਤੇ 600 ਤੇ 1000 ਅੰਗ ਤੱਕ ਗੋਲੀਆਂ ਲੱਗੀਆਂ ਸਨ। ਤੇ ਜਿਸ ਸਮੇਂ ਜ਼ਾਲਮਾਂ ਦੀ ਇੱਥੋਂ ਤੱਕ ਹੱਦ ਨਹੀਂ ਹੋਈ, ਉਹਨਾਂ ਨੇ ਲਕਸ਼ਮਣ ਸਿੰਘ ਧਾਰੋਵਾਲ ਨੂੰ ਉੱਥੇ ਟੁੱਕਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਕੋਲ ਗੰਡਾਸੇ ਸਨ, ਤਲਵਾਰਾਂ ਸਨ, ਉਹਨਾਂ ਨੂੰ ਉੱਥੇ ਹੀ ਟੁੱਕਣਾ ਸ਼ੁਰੂ ਕਰ ਦਿੱਤਾ। ਉਹ ਟੱਕ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੱਜੇ ਹੋਏ ਨੇ। ਤੇ ਕਿਸ ਤਰੀਕੇ ਦੇ ਨਾਲ ਜਿਹੜੀ ਸਿੱਖ ਸੰਗਤ ਅੰਦਰ ਬੈਠੀ ਸੀ ਨਾ, ਕਹਿੰਦੇ ਨੇ ਇੱਕ ਟੋਆ ਜਿਹੜਾ ਹੈ ਨਾ, ਬਾਹਰ ਟੋਆ ਸੀਗਾ, ਉਹ ਟੋਆ ਜਿਹੜਾ ਹੈ 14 ਇੰਚ ਚੌੜਾ ਤੇ 16 ਇੰਚ ਲੰਬਾ ਸੀਗਾ। ਕਹਿੰਦੇ ਨੇ ਉਹ ਟੋਆ ਖੂਨ ਦੇ ਨਾਲ ਭਰ ਗਿਆ ਤੇ ਉਸ ਤੋਂ ਉੱਪਰੋਂ ਦੇ ਵੀ ਖੂਨ ਵਹਿਣ ਲੱਗ ਗਿਆ ਸੀ। ਇੰਨਾ ਲਹੂ ਲੁਹਾਨ ਜਿਹੜਾ ਉਹਨਾਂ ਨੇ ਮਚਾਇਆ, ਪਰ ਇੱਕ ਵੀ ਸਿੱਖ ਨੇ ਅੱਗੋਂ ਹੱਥ ਨਹੀਂ ਚੁੱਕਿਆ ਕਿਉਂਕਿ ਉਹ ਪਰਨ ਲੈ ਕੇ ਆਏ ਸਨ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਗੁਰਦੁਆਰਾ ਆਜ਼ਾਦ ਕਰਾਉਣਾ ਹੈ। ਇਹ ਬੜੇ ਦਾਸਤਾਂ ਜਿਹੜੀ ਹੈ ਭਰੀ ਹੋਈ ਹੈ ਖੂਨ ਦੇ ਨਾਲ। ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਦੀ ਵੱਢ ਟੁੱਕ ਕੀਤੀ ਗਈ। ਕਹਿੰਦੇ ਨੇ ਲੱਕੜਾਂ ਦੇ ਉੱਤੇ ਰੱਖ ਕੇ ਵੱਢਿਆ ਗਿਆ ਅੰਗਾਂ ਨੂੰ। ਐਵੇਂ ਨਹੀਂ ਅਸੀਂ ਨਿਤਾ ਪ੍ਰਤੀ ਯਾਦ ਕਰਦੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ। ਇਕੱਲੇ ਬੰਦ ਭਾਈ ਮਨੀ ਸਿੰਘ ਜੀ ਨੇ ਕੱਟੇ, ਬੰਦ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਕੱਟੇ ਗਏ ਨੇ।
ਨਿੱਕੀ ਨਿੱਕੀ ਬੋਟੀ ਕਰ ਕਰਕੇ ਟੁੱਕਿਆ ਗਿਆ, ਉਹਨਾਂ ਨੂੰ ਬੇਦਰਦੀ ਦੇ ਨਾਲ ਮਾਰਿਆ ਗਿਆ। ਫਿਰ ਕਹਿੰਦੇ ਨੇ ਵੀ ਇੱਕ ਅਲਮਾਰੀ ਹੈ, ਉਹ ਦਰਬਾਰ ਸਾਹਿਬ ਦੇ ਵਿੱਚ ਪਈ ਹੋਈ ਹੈ। ਜਦੋਂ ਮਹੰਤ ਦਰਬਾਰ ਸਾਹਿਬ ਦੇ ਵਿੱਚ ਜਦੋਂ ਆ ਕੇ ਤੇ ਵੱਢ ਟੁੱਕ ਕਰ ਰਹੇ ਨੇ ਤਾਂ ਹਰ ਕੋਈ ਸਿੱਖ ਜਿਹੜਾ ਉਸ ਅਲਮਾਰੀ ਦੇ ਅੱਗੇ ਜਾ ਕੇ ਸ਼ਹੀਦ ਹੋ ਰਿਹਾ। ਜਦੋਂ ਉਹਨਾਂ ਨੇ ਤੱਕਿਆ ਵੀ ਸਾਰੇ ਮਰ ਗਏ ਨੇ, ਹੁਣ ਇੱਕ ਗੱਲ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ, ਅੰਦਰੋਂ ਆਵਾਜ਼ ਆ ਰਹੀ ਹੈ, ਮੈਂ ਵੀ ਸ਼ਹੀਦ ਹੋਣਾ ਹੈ, ਮੈਂ ਵੀ ਸ਼ਹੀਦ ਹੋਣਾ ਹੈ। ਤੇ ਜਦੋਂ ਇਹ ਚੀਜ਼ਾਂ ਸੁਣੀਆਂ ਤੇ ਹੁਣ ਉਹ ਹੈਰਾਨ ਹੋ ਗਏ ਵੀ ਕੰਧਾਂ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ। ਜਦੋਂ ਉਹਨਾਂ ਨੇ ਉਹ ਤਖਤੀ ਹਿਲਦੀ ਹੋਈ ਦੇਖੀ ਅਲਮਾਰੀ ਦੀ, ਤੇ ਉਸ ਅਲਮਾਰੀ ਦੇ ਵਿੱਚੋਂ ਭਾਈ ਦਰਬਾਰਾ ਸਿੰਘ ਸੀ, ਛੋਟਾ ਬੱਚਾ ਜਿਸ ਦੀ ਉਮਰ 8 ਤੋਂ 12 ਸਾਲ ਦੇ ਵਿੱਚ ਲਿਖੀ ਗਈ ਹੈ। ਉਹਨੇ ਆਪਣੇ ਪਿਤਾ ਨੂੰ ਸ਼ਹੀਦ ਹੁੰਦੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਸੀਗਾ, ਭਾਈ ਕੇਰ ਸਿੰਘ ਨੂੰ। ਤੇ ਕੱਲ ਵੀ ਅਸੀਂ ਉਹਦੀ ਛੋਟੀ ਜਿਹੀ ਜਿਹੜੀ ਹੈ ਆਪ ਜੀ ਦੇ ਨਾਲ ਸਾਂਝ ਪਾਈ ਸੀ, ਕਿਵੇਂ ਇੱਕ ਦਾਦੀ ਨੇ ਜਿਹੜਾ ਹੈ ਨਾ ਕਿਸ ਤਰੀਕੇ ਦੇ ਨਾਲ ਉਹ ਕਿਵੇਂ ਉਹ ਸਿੱਖਿਆ ਦਿੱਤੀ ਹੈ। ਉਹ ਸ਼ਹੀਦੀਆਂ ਦੀਆਂ ਦਾਸਤਾਨ ਸੁਣਾਉਂਦੀ ਹੁੰਦੀ ਸੀ ਕਿ ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਉਮਰ ਹੈ ਤੇ ਉਹ ਡੋਲੇ ਨਹੀਂ, ਉਹ ਸ਼ਹੀਦ ਹੋਏ। ਉਹਦੀ ਇੱਕ ਕੰਨਾਂ ਦੇ ਵਿੱਚ ਤੇ ਇੱਕ ਰੂਹ ਦੇ ਵਿੱਚ ਉਹ ਸ਼ਹੀਦ ਲਫ਼ਜ਼ ਵੜ ਚੁੱਕਿਆ ਸੀ। ਤੇ ਉਹ ਕਿਹਾ ਕਰਦਾ ਸੀਗਾ ਵੀ ਦਾਦੀ ਮੈਂ ਵੀ ਸ਼ਹੀਦ ਹੋਣਾ ਹੈ, ਮੈਨੂੰ ਸ਼ਹੀਦੀ ਕਦੋਂ ਮਿਲੇਗੀ। ਜਦੋਂ ਪਿਤਾ ਜੀ ਤੁਰਨ ਲੱਗੇ ਨੇ ਨਾ, ਤੇ ਉਦੋਂ ਇਹ ਵੀ ਗੱਲ ਕਹਿਣ ਲੱਗਾ ਵੀ ਪਿਤਾ ਜੀ ਅੱਜ ਕਿੱਧਰ ਨੂੰ ਚੱਲੇ ਨੇ ਤਿਆਰ ਹੋ ਕੇ। ਹਰ ਵਾਰੀ ਤਾਂ ਮੈਨੂੰ ਨਾਲ ਲੈ ਕੇ ਜਾਂਦੇ ਨੇ, ਅੱਜ ਇਕੱਲੇ ਕਿਉਂ ਚੱਲੇ ਨੇ। ਕਹਿੰਦੇ ਨੇ ਇਹਨਾਂ ਸ਼ਹੀਦੀ ਜਥੇ ਦੇ ਨਾਲ ਰਲਣਾ, ਸ਼੍ਰੀ ਨਨਕਾਣਾ ਸਾਹਿਬ ਜਾਣਾ ਤੇ ਉੱਥੇ ਸ਼ਹੀਦ ਹੋਣਾ। ਜਦੋਂ ਸ਼ਹੀਦ ਲਫ਼ਜ਼ ਸੁਣਿਆ ਕਹਿਣ ਲੱਗਾ ਮੈਂ ਵੀ ਜਾਵਾਂਗਾ ਨਾਲ, ਵੀ ਮੈਂ ਵੀ ਸ਼ਹੀਦ ਹੋਣਾ ਹੈ। ਉਹ ਕਹਿਣ ਲੱਗੇ ਉੱਥੇ ਬੱਚਿਆਂ ਦਾ ਕੋਈ ਕੰਮ ਨਹੀਂ, ਤੁਸੀਂ ਨਹੀਂ ਜਾ ਸਕਦੇ। ਕਹਿਣ ਲੱਗੇ ਕਿਉਂ ਨਹੀਂ ਜਾ ਸਕਦੇ, ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋ ਸਕਦੇ ਨੇ ਇੰਨੀ ਛੋਟੀ ਉਮਰ ਦੇ ਵਿੱਚ, ਮੈਂ ਕਿਉਂ ਨਹੀਂ ਹੋ ਸਕਦਾ। ਇੰਨਾ ਜਜ਼ਬਾ। ਕਹਿਣ ਲੱਗੇ ਵਾਟ ਲੰਮੀ ਹੈ, ਤੇਰੇ ਕੋਲ ਤੁਰਿਆ ਨਹੀਂ ਜਾਣਾ। ਕਹਿਣ ਲੱਗੇ ਜੇ ਪਿਤਾ ਜੀ ਮੈਂ ਤੁਹਾਨੂੰ ਕਹਿ ਦਿੰਦਾ ਸੀਗਾ ਮੈਨੂੰ ਚੁੱਕ ਲਓ, ਪਰ ਮੈਂ ਹੁਣ ਇਹ ਵੀ ਨਹੀਂ ਕਹਾਂਗਾ ਮੈਨੂੰ ਚੁੱਕ ਕੇ ਲੈ ਕੇ ਜਾਓ, ਮੈਂ ਤੁਰ ਕੇ ਜਾਵਾਂਗਾ। ਇੰਨੀ ਸਾਡੀ ਜਿਹੜੀ ਹੈ, ਦੇਖੋ ਕਿੰਨਾ ਰੂਹ ਹੈ ਸਾਡੀ ਕੌਮ ਦੇ ਵਿੱਚ, ਕਿੰਨਾ ਜਜ਼ਬਾ ਹੈ ਸਾਡੀ ਕੌਮ ਦੇ ਵਿੱਚ, ਛੋਟੇ ਛੋਟੇ ਬੱਚਿਆਂ ਦੇ ਵਿੱਚ। ਤੇ ਜਦੋਂ ਇਹ ਚੀਜ਼ਾਂ ਜਿਹੜੀਆਂ ਨੇ ਸੁਣੀਆਂ ਤੇ ਉਹਨੂੰ ਜਿਹੜਾ ਹੈ ਦਰਬਾਰਾ ਸਿੰਘ ਨੂੰ ਵੀ ਕੇਸਾਂ ਤੋਂ ਪਕੜ ਕੇ ਬਾਹਰ ਲੈ ਕੇ ਆਂਦਾ ਗਿਆ ਤੇ ਉਹਨੂੰ ਵੀ ਟੁੱਕ ਦਿੱਤਾ ਗਿਆ। ਹੁਣ ਮਹੰਤ ਨੇ ਸਾਰੇ ਸਬੂਤ ਮਿਟਾਉਣ ਦੇ ਲਈ ਇੱਕ ਥਾਂ ਦੇ ਉੱਤੇ ਲਾਸ਼ਾਂ ਦੀਆਂ, ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਨੇ ਲਾਸ਼ਾਂ, ਉਹਨਾਂ ਦੀ ਢੇਰੀ ਲਗਾਈ, ਅੱਗ ਪਾ ਕੇ ਤੇਲ ਦੇ ਨਾਲ ਸਾੜ ਦਿੱਤਾ ਗਿਆ। ਤੇ ਭਾਈ ਲਕਸ਼ਮਣ ਸਿੰਘ ਧਾਰੋਵਾਲ ਨੂੰ ਜੰਡ ਦੇ ਨਾਲ ਬੰਨ੍ਹ ਕੇ ਸ਼ਹੀਦ ਕੀਤਾ ਗਿਆ। ਜੰਡ ਮਤਲਬ ਦਰਖਤ ਸੀਗਾ ਉੱਥੇ, ਅੱਜ ਵੀ ਮੌਜੂਦ ਹੈ। ਪੁੱਠਾ ਲਟਕਾ ਕੇ ਨਾ ਤੇ ਥੱਲੇ ਅੱਗ ਲਾ ਦਿੱਤੀ ਗਈ। ਬੜੀ ਬੇਦਰਦੀ ਦੇ ਨਾਲ ਜਿਹੜਾ ਇਹ ਵਾਕਿਆਤ ਸਾਰਾ ਉੱਥੇ ਹੋਇਆ। ਤੇ ਜਦੋਂ ਇਸ ਚੀਜ਼ ਦਾ ਪਤਾ ਚੱਲਿਆ ਨਾ ਵੀ ਹੁਣ ਗੋਲੀਆਂ ਵੀ ਚੱਲਣ ਲੱਗ ਪਈਆਂ ਨੇ, ਤੇ ਉਧਰ ਥੋੜਾ ਜਿਹਾ ਪਿੱਛੇ ਜਾਈਏ, ਹੁਣ ਦਲੀਪ ਸਿੰਘ ਸੀਗਾ ਜਿਹਨੇ ਕਿਹਾ ਸੀ ਮੈਂ ਲਕਸ਼ਮਣ ਸਿੰਘ ਨੂੰ ਰੋਕਾਂਗਾ, ਤੇ ਉਹ ਕਾਰਖਾਨੇ ਦੇ ਵਿੱਚ ਸੀ। ਹੁਣ ਜਦੋਂ ਉਸਨੇ ਗੋਲੀਆਂ ਸੁਣਨ ਦੀ ਆਵਾਜ਼ ਸੁਣੀ ਤੇ ਵਰਿਆਮ ਸਿੰਘ ਨੇ ਕਿਹਾ, ਕਹਿਣ ਲੱਗਾ ਦਲੀਪ ਸਿੰਘਾ ਕੋਈ ਭਾਣਾ ਵਰਤ ਰਿਹਾ ਜ਼ਰੂਰ। ਤੇ ਕਹਿੰਦੇ ਨੇ ਵੀ ਹੁਣ ਮੈਂ ਵੀ ਜਾਵਾਂਗਾ। ਦਲੀਪ ਸਿੰਘ ਕਹਿਣ ਲੱਗਾ ਮੈਂ ਕੌਮ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਲਕਸ਼ਮਣ ਸਿੰਘ ਨੂੰ ਰੋਕਾਂਗਾ, ਪਰ ਅੱਜ ਮੈਂ ਨਹੀਂ ਰੋਕ ਸਕਿਆ, ਪਰ ਮੈਂ ਅੱਜ ਵਾਂਝਾ ਵੀ ਨਹੀਂ ਹੋਵਾਂਗਾ ਆਪਣੀ ਸ਼ਹੀਦੀ ਤੋਂ। ਤੇ ਕਹਿੰਦੇ ਨੇ ਉੱਥੇ ਜਾ ਕੇ ਤੇ ਜਦੋਂ ਨਰੈਣੂ ਮਹੰਤ ਜਿਹੜਾ ਆਪਣੇ ਘੋੜੇ ਦੇ ਉੱਤੇ ਚੜ੍ਹਿਆ ਹੋਇਆ, ਉਹਨੇ ਆਪਣੇ ਗਲ ਦੇ ਵਿੱਚ ਪਿਸਟਲ ਪਾਈ ਹੋਈ ਹੈ, ਉਹ ਵੀ ਗੋਲੀਆਂ ਚਲਾ ਰਿਹਾ। ਕਹਿੰਦੇ ਜਦੋਂ ਦਲੀਪ ਸਿੰਘ ਗੇਟ ਤੋਂ ਅੱਗੇ ਆਇਆ ਨਾ, ਤੇ ਨਰੈਣੂ ਮਹੰਤ ਨੂੰ ਕਹਿਣ ਲੱਗਾ, ਕਹਿੰਦੇ ਨੇ ਬੱਸ ਕਰਦਾ ਹੁਣ, ਤੇਰਾ ਅੰਤ ਆ ਚੁੱਕਿਆ। ਤੇ ਕਹਿੰਦੇ ਨੇ ਦਲੀਪ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਉਹਨੇ ਸ਼ਹੀਦ ਕਰ ਦਿੱਤਾ, ਵਰਿਆਮ ਸਿੰਘ ਨੂੰ ਮਾਰ ਦਿੱਤਾ, ਉਸੇ ਤੇਲ ਉਸੇ ਅੱਗ ਦੀ ਬਲਦੀ ਅੱਗ ਦੇ ਵਿੱਚ ਉਹਨਾਂ ਨੂੰ ਵੀ ਸੁੱਟ ਦਿੱਤਾ। ਜਦੋਂ ਇਹ ਸਾਰਾ ਕੁਝ ਵਾਕਿਆਤ ਵਰਤਿਆ ਤੇ ਹੁਣ ਜਿਹੜੇ ਦੋਸ਼ ਜਥੇ ਸਨ, ਕੇਸਰ ਸਿੰਘ ਝੱਬਰ ਦਾ ਤੇ ਟਹਿਲ ਸਿੰਘ ਦਾ, ਉਹ ਵੀ ਮੌਜੂਦ ਸੀ ਉਸ ਸਮੇਂ। ਭਾਵੇਂ ਰੁਕ ਗਏ ਸਨ, ਉਹ ਰੁਕੇ ਹੋਏ ਸੀ ਪਰ ਅੱਗੇ ਨਹੀਂ ਵਧੇ। ਪਰ ਹੁਣ ਉਹਨਾਂ ਦਾ ਗੁੱਸੇ ਦਾ ਟਿਕਾਣਾ ਨਾ ਰਿਹਾ। ਕੇਸਰ ਸਿੰਘ ਝੱਬਰ ਵਰਗਿਆਂ ਨੇ, ਕਰਤਾਰ ਸਿੰਘ ਝੱਬਰ ਵਰਗਿਆਂ ਨੇ, ਕੇਸਰ ਸਿੰਘ ਵਰਗਿਆਂ ਨੇ, ਟਹਿਲ ਸਿੰਘ ਵਰਗੇ ਹੋਰ ਵੀ ਜਿਹੜੇ ਨੇ ਜੋਸ਼ੀਲੇ ਸੱਜਣ ਜਿਹੜੇ ਨੇ ਅੱਗੇ ਆਏ। ਤੇ ਜਿਸ ਸਮੇਂ ਉਹ ਨਨਕਾਣਾ ਸਾਹਿਬ ਨੂੰ ਵੱਧ ਰਹੇ ਸਨ ਵੀ ਹੁਣ ਜੋ ਹੋਣਾ ਸੀ ਹੋ ਗਿਆ, ਹੁਣ ਦੇਖੀ ਜਾਏਗੀ, ਵੀ ਹੁਣ ਜਿਹਨੇ ਇਹਨੇ ਪਹਿਲ ਕੀਤੀ ਹੈ, ਹੁਣ ਦੂਲ ਅਸੀਂ ਨਹੀਂ ਛੱਡਣੀ। ਤਾਂ ਹੁਣ ਉੱਥੋਂ ਦਾ ਜਿਹੜਾ ਡਿਪਟੀ ਸੀਐਮ ਸੀ, ਡਿਪਟੀ ਡੀਸੀ ਸੀਗਾ,
उसने जिहड़ा है ना वो अंग्रेज़ सी। हुण अंग्रेज़ां दी भी इहनूं शह मिली हुई सी पूरी पूरी, वो भी पूਰਨ तौर ते इहदी हैल्प कर रहे सन, सरकारी दरबार भी पूरी चलदी सी इहदी। उसने कहा भी हुण तू भी निकल जा ते तेरे 10 जने ने ना जिहड़े मेन गुंडे ने वो भी लैके तू जा ते असीं केस पुट्ठा पा दांगे, तू सबूत मिटा दे। हुण जदों ये केसर सिंह झिब्बर आए ने, होर जत्था आया, उधरों महंत निकल गया तो इन्हों ने मशीन गन्ना लगा दी पुलिस वालिया ने, अपनी फौज जी अंग्रेज फौज उसने लगा दी फोर्स सारी ननकाना साहिब के आले दुआले। तो केसर सिंह को कह लगे भी तू हुण जिहड़ा है ना अगे नहीं बढ़ सकता, असीं तेनों कब्जा नहीं देवांगे। तो केसर सिंह कह लगा जो तुसीं करना सी कर दिता, पर हुण असीं चुप रहण वाले नहीं हाँ, तुसीं साडे उत्ते चलाओगे असीं तुहाडीआं खो के तुहाडे उत्ते चलावांगे। क्योंकि उन्होंने अपन हिक्का वो स्टेन गन्ना के अगे कर दी सन, कहते ने मारना मार दो सन कोई गल नहीं, पर असीं हुण आए हैं तो हुण आज़ाद करा के जावांगे। तो अंग्रेज अफसर डर गया, तो उस डर के मारे नहीं जिहड़ा है, क्योंकि उन्होंने सिखां का पता सी इतिहास का भी एक बारी अगे आ गए पिछे हटण वाले नहीं हैं, भावें कुछ भी हो जाए। तो जदों ये सारा कुछ भाना वरत्या तो उसने उसका कब्जा अपने आप ही बड़े तरीके दे नाल दे दिता भी उन्हें कब्जा तुसीं लै लो। फिर जदों ये सारा जत्था जिहड़ा दोवें जत्थे अंदर गए ने, उन्होंने सारा कुछ अपनी अखां दे नाल तक्किया है। तो कहते हैं 21 तरीक अज के दिन जिहड़ा है ना, उन्होंने देहां के संस्कार बोटी बोटी इकट्ठी की गई, सारा कुछ जिहड़ा एकत्र करके एक थां दे उत्ते संस्कार किया गया। जिहड़ियां अध जलियां लाशां भी सन उन्होंने भी जिहड़ा है संस्कार बड़े सुंदर तरीके दे नाल गुरमर्यादा अनुसार जिहड़ा संस्कार किया गया सी। ऐसी महान कौम दीयां साके असीं किते ना किते इस चीज़ तो वांझे रह गए। साडे बच्चों को नहीं पता भी साडी कौम दे नाल की होया सी, साडे बच्चों को साकियां दा नहीं पता, क्योंकि असीं साडा इतिहास जिहड़ा है जां असीं पढ़िया जां सुनिया वो बाबा बंदा सिंह बहादुर तक ही पढ़िया सुनिया। उस तो बाद असीं कदी पढ़िया ही नहीं कि महाराजा रणजीत सिंह के राज दे विच की हुंदा रहा, खालसा राज किवें बनिया ते खालसा राज किवें गया, ये असीं कदी सोचा नहीं। गुरुद्वारा सुधार लहर किवें चली, सिंह सभा लहर किवें चली, चाबियां दा मोर्चा किवें चलिया, जैतों दा मोर्चा किवें चलिया, किन्ने मोर्चे अंग्रेज़ां दे समय लगे सन। बहुत वड्डे वड्डे जिहड़े ने मोर्चे लगाए गए सन। गुरु के बाग का मोर्चा सीगा, गुरु के बाग का मोर्चे दे विच जिहड़ा उन्होंने भी गुरु का बाग जिहड़ा है इन्हां महंतां तो आज़ाद करवाया सीगा। कहते ने जिवें छल्लियां पाउंदियां सन ना, गुरु के बाग का मोर्चे दे विच ਸਿੰਘਾਂ ਦੀ तशद्दद दे जदों हो रहा सी, पुलिस उन्हां दे उत्ते लाठियां विचार सी ना, जिवें छल्लियां पाउंदियां ने आवाज़ आती है ना, इस तरीके दे नाल उन्हां दे उत्ते लाठियां वसाईयां गईयां, पर किसी सिंह ने जिहड़ा वो सी तक नहीं कीती ते किसी सिंह ने पुलिस वाले ने उतों हत्थ नहीं चुके। इन्ना सबर साडी कौम दे विच, उस सबर का करके ही अज साडे गुरुद्वारे आज़ाद ने। अज असीं साडी मर्यादा अनुसार ते गुरमत के अनुसार असीं हर एक चीज़ चलाने हैं। हुण एक छोटी जी दास्तां आप जी दे नाल साझी करनी है। कुछ 86 के करीब जिहड़े ने उत्थे सिंह शहीद किए गए, पर उन्हां दे विच दो जिहड़े ने वो नौजवान भी सन। दो जिहड़े ने नौजवान ने, कहते ने इन्हां दी माता जिहड़ी है ना कुछ गरीब घर तो ने, इन्हां दी माता वो झाड़ू पोचा करके जां दूजिਆਂ ਦੇ घर काम करके जिहड़ा है गुजारा करिया करदी सी। ते कहते ने कि माता नूं कि जिवें जिवें बच्चे वड्डे हुंदे जा रहे सन, पालन पोषण का थोड़ा दिक्कत आउण लग पई, तो उसने ना एक गल कही। एक का नाम सी प्रीतम सिंह, दूजे का नाम लास्ट चेता नहीं आ रहा। प्रीतम सिंह सीगा वो छोटा सी, तो जदों एक फैसला किया गया कि तुहाडे पिता का सिर ते साया नहीं है, क्यों ना एक नूं जिहड़ा है मैं विद्यालय दे विच छड्ड आवां, जिहड़ा तरनताਰਨ साहिब एक बनिया होया अनाथ आश्रम है, नाले ही गुरमत पढ़ाई जाती है, मैं तेनों उत्थे छड्ड आउणी है, तेरे भी ढिड दा जिहड़ा पालन पोषण हुंदा रहेगा, तो असीं दोवें जिहड़ा है कुछ ना कुछ करके कमा के खा लिया करांगे। प्रीतम सिंह नूं उत्थे छड्ड दिता गया।
ਹੁਣ ਗੱਲ ਜਦੋਂ ਸ੍ਰੀ ਤਰਨਤਾਰਨ ਸਾਹਿਬ ਦੀ ਆਜ਼ਾਦੀ ਦੀ ਚੱਲੀ ਸੀ ਨਾ, ਉਦੋਂ ਇਹ ਪ੍ਰੀਤਮ ਸਿੰਘ ਉੱਥੇ ਹੀ ਸੀਗਾ। ਤੇ ਜਦੋਂ ਉੱਥੇ ਇਹ ਚੀਜ਼ਾਂ ਹੋਈਆਂ ਨਾ ਵੀ ਹੁਣ ਜਥੇ ਇਕੱਠੇ ਕਰੀਏ ਤੇ ਸ੍ਰੀ ਤਰਨਤਾਰਨ ਸਾਹਿਬ ਨੂੰ ਆਜ਼ਾਦ ਕਰਾਉਣਾ ਹੈ, ਤਾਂ ਉੱਥੇ ਜਾ ਕੇ ਤੇ ਉਹਨਾਂ ਦਾ ਦਰਵਾਜ਼ਾ ਬੰਦ ਕੀਤਾ ਗਿਆ ਵਿਦਿਆਲੇ ਵਾਲਿਆਂ ਨੇ, ਵੀ ਨੌਜਵਾਨ ਨੇ ਕਿਤੇ ਘਬਰਾਹਟ ਦੇ ਵਿੱਚ ਨਾ ਆ ਜਾਣ ਜਾਂ ਜੋਸ਼ ਦੇ ਵਿੱਚ ਆ ਕੇ ਕੋਈ ਕਦਮ ਗਲਤ ਨਾ ਚੁੱਕ ਜਾਣ, ਇਹਨਾਂ ਦੇ ਉੱਤੇ ਜਿਹੜਾ ਹੈ ਉਹ ਕੋਈ ਜਿਹੜਾ ਹੈ ਨੁਕਸਾਨ ਨਾ ਹੋਵੇ। ਤਾਂ ਪ੍ਰੀਤਮ ਸਿੰਘ ਦੇ ਅੰਦਰੋਂ ਇੱਕ ਚਾਅ ਸੀਗਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਯਾਦ ਕੀਤਾ ਹੈ ਤੇ ਮੈਂ ਜ਼ਰੂਰ ਜਾਵਾਂਗਾ। ਕਹਿੰਦੇ ਨੇ ਉਹ ਗੇਟ ਤੇ ਹੀ ਖੜਿਆ ਰਿਹਾ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। 5 ਦਿਨ ਜਿਹੜਾ ਹੈ ਉਹਨਾਂ ਨੂੰ ਅੰਦਰ ਹੀ ਰੱਖਿਆ ਗਿਆ, ਅੰਦਰ ਹੀ ਪ੍ਰਸ਼ਾਦਾ ਛਕਾਉਂਦੇ ਸਨ ਸਾਰਾ ਕੁਝ। ਹੁਣ ਜਦੋਂ ਇਹ ਮਨ ਦੇ ਵਿੱਚ ਰੋਹ ਉੱਠਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੁਸੀਂ ਯਾਦ ਕੀਤਾ ਸੀਗੇ ਤੇ ਅਸੀਂ ਤੁਹਾਡੇ ਲੇਖੇ ਨਹੀਂ ਲੱਗ ਸਕਿਆ ਜੀਵਨ, ਉਹ ਘਰ ਵਾਪਸ ਪਰਤ ਗਿਆ। ਕਹਿਣ ਲੱਗਾ ਮਾਤਾ ਮੇਰਾ ਜੀਅ ਨਹੀਂ ਕਰਦਾ ਇੱਥੇ ਰਹਿਣ ਦਾ, ਹੁਣ ਮੈਂ ਘਰ ਵਾਪਸ ਆਉਣਾ ਹੈ। ਜਦੋਂ ਘਰ ਵਾਪਸ ਵਰਤਿਆ, ਜਿਵੇਂ ਘਰ ਵਾਪਸ ਪਰਤਿਆ ਹੀ ਹਜੇ ਅਗਲੇ ਦਿਨ ਇੱਕ ਚਿੱਠੀ ਹੋਰ ਆਉਂਦੀ ਹੈ। ਤੇ ਹੁਣ ਜਾ ਕੇ ਪ੍ਰੀਤਮ ਸਿੰਘ ਨੂੰ ਉਹਦਾ ਭਰਾ ਜਿਹੜਾ ਕਹਿਣ ਲੱਗਾ ਹੁਣ ਤੂੰ ਪੜ੍ਹ ਲਿਖ ਗਿਆ ਏ, ਪਹਿਲਾਂ ਅਸੀਂ ਚਿੱਠੀਆਂ ਜਿਹੜੀਆਂ ਦੂਜਿਆਂ ਤੋਂ ਪੜ੍ਹਾਉਂਦੇ ਸਨ, ਤੂੰ ਪੜ੍ਹ। ਕਹਿੰਦੇ ਨੇ 2-3 ਲਫ਼ਜ਼ ਲੈਣਾ ਜਿਹੜੀਆਂ ਨੇ ਉਸਨੇ ਪੜ੍ਹਨੀਆਂ ਸ਼ੁਰੂ ਕੀਤੀਆਂ, ਫਿਰ ਚੁੱਪ ਕਰਕੇ ਪੜ੍ਹਨ ਲੱਗ ਪਿਆ। ਕਹਿਣ ਲੱਗੇ ਵੀ ਇਹ ਕੀ ਗੱਲ ਵੇ ਕਿ ਤੂੰ ਬੇਨਤੀ ਕਰ ਰਿਹਾ, ਪਹਿਲਾਂ ਤੂੰ ਲੈਣਾ ਪੜ੍ਹ ਦਿੱਤੀਆਂ ਵੀ ਆਹ ਚਿੱਠੀ ਫਲਾਣੇ ਥਾਂ ਤੋਂ ਆਈ ਹੈ, ਅੱਗੇ ਤੂੰ ਦੱਸਿਆ ਨਹੀਂ ਵੀ ਕਿਉਂ ਆਈ ਹੈ। ਤਾਂ ਕਹਿੰਦੇ ਨੇ ਵੀ ਉਹ ਚੁੱਪ ਕਰ ਗਿਆ ਤੇ ਉਸਨੇ ਇੱਕ ਸੱਜਣ ਨੂੰ ਜਾ ਕੇ ਜਿਹੜਾ ਨਾ ਉਹ ਚਿੱਠੀ ਪੜ੍ਹਾਈ ਉਹਦੇ ਭਰਾ ਨੇ। ਕਹਿਣ ਲੱਗਾ ਤੂੰ ਨਹੀਂ ਪੜ੍ਹਦਾ ਤੇ ਮੈਂ ਕਿਸੇ ਹੋਰ ਤੋਂ ਪੜ੍ਹਵਾ ਲੈਣਾ ਜਾ ਕੇ। ਕਹਿੰਦੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਸ੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਦੇ ਲਈ ਸ਼ਹੀਦੀ ਜਥੇ ਤਿਆਰ ਹੋ ਰਹੇ ਨੇ, ਜਿਸ ਨੇ ਜਾਣਾ ਆ ਜਾਓ। ਹੁਣ ਦੋਵੇਂ ਭਰਾ ਲੜਦੇ ਪਏ ਨੇ, ਕਹਿੰਦੇ ਨੇ ਮੈਂ ਜਾਵਾਂਗਾ, ਦੂਜਾ ਕਹਿੰਦਾ ਮੈਂ ਜਾਵਾਂਗਾ। ਦੇਖੋ ਬੱਚੇ ਲੜਦੇ ਨੇ ਕਿਸੇ ਚੀਜ਼ ਤੋਂ, ਹੋਰ ਚੀਜ਼ਾਂ ਤੋਂ, ਪਰ ਇਹ ਸਾਡੀ ਕੌਮ ਦੇ ਵਾਰਿਸ ਨੇ। ਸਾਡੀ ਕੌਮ ਦੇ ਵਾਰਿਸ ਕਹਿੰਦੇ ਮੈਂ ਸ਼ਹੀਦ ਹੋਣਾ ਹੈ ਤੇ ਉਹ ਦੂਜਾ ਕਹਿੰਦਾ ਮੈਂ ਸ਼ਹੀਦ ਹੋਣਾ। ਮਾਂ ਜਿਹੜੀ ਹੈ ਨਾ ਉਹ ਅੱਖਾਂ ਭਰ ਆਈ, ਕਹਿਣ ਲੱਗੀ ਅੱਜ ਮੇਰੀ ਕੁੱਖ ਸਫਲੀ ਹੋ ਗਈ, ਅੱਜ ਮੇਰੀ ਕੁੱਖ ਜਿਹੜੀ ਹੈ ਸਫਲੀ ਹੋ ਚੁੱਕੀ ਹੈ। ਵੀ ਲੋਕਾਂ ਦੇ ਬੱਚੇ ਜਿਹੜੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੜਦੇ ਨੇ, ਇੱਕ ਦੂਜੇ ਦਾ ਸਿਰ ਪਾੜ ਦਿੰਦੇ ਨੇ, ਪ੍ਰੋਪਰਟੀ ਦਾ ਕਰਕੇ, ਹੋਰ ਚੀਜ਼ਾਂ ਦਾ ਕਰਕੇ। ਤੇ ਪਰ ਅੱਜ ਇਹ ਬੱਚੇ ਸ਼ਹੀਦ ਹੋਣ ਵਾਸਤੇ ਲੜ ਰਹੇ ਨੇ। ਕਹਿੰਦੇ ਪੁੱਤਰੋ ਤੁਸੀਂ ਦੋਵੇਂ ਜਾਓ। ਆਪਣੇ ਦੋਵੇਂ ਪੁੱਤਰਾਂ ਨੂੰ ਭੇਜ ਦਿੰਦੀ ਹੈ, ਦੋਵੇਂ ਪੁੱਤਰ ਸ਼ਹੀਦ ਹੁੰਦੇ ਨੇ। ਹੁਣ ਗੱਲ ਇਹ ਸੀ ਵੀ ਸ਼ਹੀਦੀ ਜਥਿਆਂ ਜਿਨ੍ਹਾਂ ਦਾ ਨਾਮ ਲਿਖਿਆ ਸੀ ਪਿੰਡਾਂ ਦੇ ਵਿੱਚ, ਹੁਣ ਉਸ ਪਿੰਡ ਦੇ ਪਰਿਵਾਰ ਨੂੰ ਜਾ ਕੇ, ਤਾਂ ਜਦੋਂ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਰਤ ਗਿਆ ਨਾ, ਹੁਣ ਪਿੰਡ ਦੇ ਪਰਿਵਾਰ ਨੂੰ ਜਾ ਕੇ ਜਿਹੜਾ ਸੁਨੇਹਾ ਦਿੱਤਾ ਜਾਂਦਾ ਸੀ ਵੀ ਤੁਹਾਡਾ ਜਿਹੜਾ ਪੁੱਤਰ ਜਾਂ ਪਿਤਾ ਉਹ ਸ਼ਹੀਦ ਹੋ ਗਏ। ਹੁਣ ਉਹ ਨਾਮ ਜਿਹੜਾ ਇਹਨਾਂ ਦੋਵਾਂ ਦਾ ਆਇਆ, ਪਿੰਡ ਦੇ ਵਿੱਚ ਗਏ ਨੇ ਕੁਝ ਸੱਜਣ, ਸਰਪੰਚ ਨੂੰ ਜਾ ਕੇ ਮਿਲੇ ਵੀ ਆਹ ਜਿਹੜਾ ਭਾਣਾ ਵਰਤ ਗਿਆ। ਹੁਣ ਸਰਪੰਚ ਨੇ ਜਾ ਕੇ ਕਿਹਾ, ਕਹਿਣ ਲੱਗਾ ਉਹ ਤੇ ਮਾਤਾ ਜਿਹੜੀ ਉਹਨਾਂ ਦੀ ਬੜੇ ਮੁਸ਼ੱਕਤ ਦੇ ਨਾਲ ਉਹਨਾਂ ਨੇ ਪੁੱਤਰਾਂ ਨੂੰ ਪਾਲਿਆ, ਵੀ ਹਜੇ ਇੱਕੇ ਦਮ ਨਾ ਦੱਸੀਏ, ਕੁਝ ਸਮਾਂ ਪੈਣ ਤੇ ਅਸੀਂ ਆਪੇ ਦੱਸ ਦੇਵਾਂਗੇ, ਤੁਸੀਂ ਜਾਓ। ਕਹਿੰਦੇ ਨਨਕਾਣਾ ਸਾਹਿਬ ਦੀ ਗੱਲ ਚੱਲੀ, ਹੋਰ ਵੀ ਲਾਗੋਂ ਨੇੜਿਓਂ ਤੋਂ ਆ ਕੇ ਸਰਪੰਚ ਦੇ ਘਰ ਇਕੱਠੇ ਹੋ ਗਏ। ਜਦੋਂ ਇਕੱਠ ਦੇਖਿਆ ਉਹਦੀ ਮਾਤਾ ਵੀ ਆ ਗਈ। ਜਦੋਂ ਇਹ ਗੱਲਾਂ ਚੱਲ ਰਹੀਆਂ ਸਨ, ਉਹਨਾਂ ਦੀ ਮਾਤਾ ਜਦੋਂ ਆਈ ਹੈ ਤਾਂ ਚੁੱਪ ਕਰ ਗਈ। ਸਰਪੰਚ ਨੂੰ ਕਹਿਣ ਲੱਗੇ ਕੀ ਗੱਲਾਂ ਹੋ ਰਹੀਆਂ ਸਨ, ਵੀ ਤੁਸੀਂ ਸਾਨੂੰ ਵੀ ਦੱਸ ਦਿਓ। ਕਹਿਣ ਲੱਗੇ ਨਹੀਂ ਕੁਝ ਨਹੀਂ, ਉਹ ਪਿੰਡ ਦੇ ਵਿਕਾਸ ਦੀਆਂ ਗੱਲਾਂ ਚੱਲ ਰਹੀਆਂ ਸੀ। ਕਹਿਣ ਲੱਗੇ ਵੀ ਪਿੰਡ ਦੇ ਵਿਕਾਸ ਦੀਆਂ ਗੱਲਾਂ, ਤੁਹਾਡੇ ਚਿਹਰੇ ਤੋਂ ਲੱਗਦਾ ਨਹੀਂ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਰਹੇ ਹੋਗੇ, ਤੁਹਾਡੇ ਚਿਹਰੇ ਉਤਰੇ ਹੋਏ ਨੇ, ਤੁਹਾਡੇ ਚਿਹਰੇ ਮਾਯੂਸ ਨੇ। ਕਿਉਂ? ਕੋਈ ਨਨਕਾਣਾ ਸਾਹਿਬ ਤੋਂ ਖਬਰ ਆਈ ਹੈ, ਕੋਈ ਮੇਰੇ ਪੁੱਤਰਾਂ ਦੀ ਖਬਰ ਆਈ ਹੈ? ਕਹਿਣ ਲੱਗੇ ਹਾਂ ਮਾਤਾ ਤੇਰੇ ਪੁੱਤਰ ਸ਼ਹੀਦ ਹੋ ਗਏ ਨੇ। ਤਾਂ ਕਹਿੰਦੇ ਨੇ ਇੱਕ ਵੀ ਅਥਰੂ ਜਿਹੜਾ ਹੈ ਨਾ ਉਹ ਅੱਖ ਦੇ ਵਿੱਚੋਂ ਨਹੀਂ ਚੋਇਆ। ਉਹ ਕਹਿਣ ਲੱਗੀ ਫਿਰ ਕੀ ਹੋ ਗਿਆ? ਕਹਿੰਦੀ ਅੱਜ ਮੈਂ ਸਾਰਿਆਂ ਤੋਂ ਭਾਗਾਂ ਵਾਲੀ ਹੋ ਗਈ ਕਿ ਮੇਰੇ ਪੁੱਤਰ ਜਿਹੜੇ ਨੇ ਕੌਮ ਦੇ ਲੇਖੇ ਲੱਗ ਗਏ, ਮੇਰੇ ਪੁੱਤਰ ਜਿਹੜੇ ਨੇ ਗੁਰੂ ਦੇ ਲੇਖੇ ਲੱਗ ਗਏ। ਤੇ ਉਹਨੇ ਜਕਾਰਾ ਛੱਡਿਆ। ਕਹਿਣ ਲੱਗੀ ਤਾਂ ਖੁਸ਼ੀ ਦੀ ਗੱਲ ਹੈ, ਤੇ ਮੈਂ ਅਰਦਾਸ ਕਰਾਂਗੀ ਸਾਰੇ ਪਿੰਡ ਨੂੰ ਜਿਹੜਾ ਹੈ ਦੇਗ ਬਣਾ ਕੇ ਅਰਦਾਸ ਕਰਕੇ ਲੈ ਗਈ। ਗੁਰੂ ਘਰ ਜਾ ਕੇ ਅਰਦਾਸ ਕੀਤੀ। ਕਹਿਣ ਲੱਗੀ ਅੱਜ ਮੇਰੀ ਕੁੱਖ ਸਫਲੀ ਹੋਈ ਹੈ, ਮੈਂ ਅਰਦਾਸ ਕਰਦੀ ਹਾਂ ਵੀ ਇਹੋ ਜਿਹੀਆਂ ਮਾਵਾਂ ਸਾਡੀ ਕੌਮ ਦੇ ਵਿੱਚ ਜੰਮਣ, ਜਿਨ੍ਹਾਂ ਦੇ ਕੁੱਖੋਂ ਇਹੋ ਜਿਹੇ ਪੁੱਤਰ ਜਨਮ ਲੈਣ, ਸਾਡੀ ਕੌਮ ਦੀ ਰਾਖੀ ਕਰਨ। ਐਸੇ ਵੀ ਜਿਹੜੀਆਂ ਨੇ ਸਿਲਸਿਲੇ, ਐਸੀਆਂ ਵੀ ਸੱਚੀਆਂ ਘਟਨਾਵਾਂ ਜਿਹੜੀਆਂ ਨੇ ਸਾਡੀ ਕੌਮ ਦੇ ਵਿੱਚ ਵਾਪਰੀਆਂ ਨੇ।
ਤੇ ਐਸੀਆਂ ਜਿਹੜੀਆਂ ਗੱਲਾਂ ਨੇ ਅਸੀਂ ਪਰਿਵਾਰਾਂ ਦੇ ਵਿੱਚ ਜ਼ਰੂਰ ਕਰਿਆ ਕਰੀਏ, ਜ਼ਰੂਰ ਦੱਸੀਏ ਵੀ ਜਿੱਥੋਂ ਵੀ ਸਾਨੂੰ ਕੋਈ ਗੱਲ ਪਤਾ ਲੱਗਦੀ ਹੈ ਤੇ ਅਸੀਂ ਐਸੀਆਂ ਘਟਨਾਵਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੀਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ। ਸਾਕੇ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਬੋਲਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋ ਗਿਆਨ ਨੂੰ ਬੁਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰ